ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਦੇ ਪਿਆਰੇ ਦਰਸ਼ਕੋ, ਅੱਜ ਆਪ ਜੀ ਦੀ ਸੇਵਾ ਦੇ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਸਿੱਖ ਚੈਨਲ ਹਮੇਸ਼ਾ ਹੀ ਉਹਨਾਂ ਮਹਾਨ ਸ਼ਖਸੀਅਤਾਂ ਨੂੰ ਆਪ ਜੀ ਦੇ ਸਾਹਮਣੇ ਪੇਸ਼ ਕਰਦਾ ਰਹਿੰਦਾ ਹੈ, ਜਿਨ੍ਹਾਂ ਨੇ ਸਮਾਜ ਦੇ ਵਿੱਚ ਸਕਾਰਾਤਮਕ ਤੌਰ ਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਣਾ ਹਿੱਸਾ ਜਿਹੜਾ ਉਹ ਪਾ ਰਹੇ ਹੈ ਤੇ ਆਉਣ ਵਾਲੇ ਸਮੇਂ 'ਚ ਪਾਉਂਦੇ ਵੀ ਰਹਿਣਗੇ। ਮੈਂ ਬਹੁਤਾ ਸਮਾਂ ਨਾ ਲੈਂਦਾ ਹੋਇਆ ਉਹਨਾਂ ਮਹਾਨ ਸ਼ਖਸੀਅਤਾਂ ਦੇ ਸਨਮੁਖ ਆਪ ਜੀ ਨੂੰ ਕਰਨਾ ਚਾਹੁੰਦਾ ਹਾਂ। ਸਾਰਿਆਂ ਤੋਂ ਪਹਿਲਾਂ ਸਾਡੇ ਪਾਸ ਸਰਦਾਰ ਅਜਿੰਦਰਪਾਲ ਸਿੰਘ ਜੀ ਚਾਵਲਾ, ਜੋ ਕਿ ਰੋਕੋ ਕੈਂਸਰ ਜੋ ਸੰਸਥਾ ਹੈ ਸਾਰੇ ਦੁਨੀਆ ਦੇ ਵਿੱਚ ਇਸ ਵੇਲੇ ਜਿਹਦੇ ਬਾਰੇ ਸਭ ਨੂੰ ਪਤਾ ਹੈ, ਉਹਦੇ ਚੇਅਰਮੈਨ ਨੇ। ਉਹ ਸਾਡੇ ਪਾਸ ਹਾਜ਼ਰ ਨੇ। ਉਹਨਾਂ ਦੇ ਨਾਲ ਇਹਨਾਂ ਨੇ ਗਲੋਬਲ ਡਾਇਰੈਕਟਰ ਸ਼ਿਵਚਰਨ ਜੱਗੀ ਕੁੱਸਾ ਜੀ, ਜਿਨ੍ਹਾਂ ਦੇ ਬਾਰੇ ਆਪ ਬਹੁਤ ਭਲੀਭਾਂਤ ਜਾਣਦੇ ਹੋ ਕਿ ਬਹੁਤ ਮਹਾਨ ਸਾਡੀ ਮਾਂ ਬੋਲੀ ਦੇ ਰਾਈਟਰ ਨੇ। ਉਹਨਾਂ ਨੂੰ ਗਲੋਬਲ ਡਾਇਰੈਕਟਰ ਦਾ ਇਹ ਅਹੁਦਾ ਜਿਹੜਾ ਹੈਗਾ ਇਹ ਦਿੱਤਾ ਹੈ ਤੇ ਇਹ ਦੋਨੋਂ ਸ਼ਖਸੀਅਤਾਂ ਅੱਜ ਸਟੂਡੀਓ ਦੇ ਵਿੱਚ ਸਾਡੇ ਨਾਲ ਹਾਜ਼ਰ ਨੇ। ਆਓ ਸਾਰਿਆਂ ਤੋਂ ਪਹਿਲਾਂ ਇਹਨਾਂ ਨੂੰ ਫਤਿਹ ਬੁਲਾਈਏ ਤੇ ਫਿਰ ਅਸੀਂ ਬਾਕਾਇਦਾ ਇਹਨਾਂ ਨਾਲ ਸਵਾਲ ਜਵਾਬ ਕਰਦੇ ਹਾਂ। ਚਾਵਲਾ ਸਾਹਿਬ ਜੀ ਤੇ ਜੱਗੀ ਕੁੱਸਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਦੋਨਾਂ ਨੂੰ ਸਟੂਡੀਓ ਵਿੱਚ ਆਉਣ ਵਾਸਤੇ ਬਹੁਤ ਆਪ ਜੀ ਦਾ ਧੰਨਵਾਦ ਕਰਦਾ ਕਿ ਆਪ ਜੀ ਨੇ ਸਮਾਂ ਕੱਢਿਆ ਤੇ ਆ ਕੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਹੋ। ਚਾਵਲਾ ਸਾਹਿਬ ਜੀ, ਰੋਕੋ ਕੈਂਸਰ ਦਾ ਨਾਂ ਇਸ ਵੇਲੇ ਕਿਸੇ ਜਾਣ ਪਛਾਣ ਦਾ ਮੁਹਤਾਜ ਨਹੀਂ ਹੈ। ਅੱਜ ਤੱਕ 2001 ਤੋਂ ਲੈ ਕੇ 2015 ਤੱਕ ਇਸਨੇ ਬਹੁਤ ਡੂੰਘੀਆਂ ਤੇ ਲੰਬੀਆਂ ਤੇ ਵੱਡੀਆਂ ਪੈੜਾਂ ਜਿਹੜੀਆਂ ਪਾਈਆਂ ਨੇ। ਬਹੁਤ ਸਾਰੇ ਕੈਂਪ ਲਾਏ ਨੇ, ਇਕੱਲੇ ਪੰਜਾਬ ਵਿੱਚ ਨਹੀਂ ਲਾਏ, ਪੰਜਾਬ ਤੋਂ ਬਾਹਰ ਵੀ ਲਾਏ ਨੇ, ਕਿਉਂਕਿ ਮਾਨਸ ਕੀ ਜਾਤ ਸਭ ਹੈ ਏਕੇ ਪਹਿਚਾਨ ਵੋ, ਕਿ ਉਹ ਬਿਮਾਰੀ ਜਿਹੜੀ ਹੈ ਉਹ ਕਿਸੇ ਇੱਕ ਕਮਿਊਨਿਟੀ ਦੇ ਵਿਅਕਤੀਆਂ ਨੂੰ ਨਹੀਂ ਹੁੰਦੀ, ਕਿਸੇ ਨੂੰ ਵੀ ਹੋ ਸਕਦੀ ਹੈ। ਸੋ ਸਾਡੀ ਤੇ ਰਵਾਇਤ ਹੈ ਸਿੱਖੀ ਦੀ ਕਿ ਭਾਈ ਕਨ੍ਹਈਆ ਜੀ ਮੈਦਾਨੇ ਜੰਗ ਵਿੱਚ ਸਭ ਨੂੰ ਪਾਣੀ ਪਿਆ ਰਿਹਾ ਸੀ ਬਿਨਾਂ ਕਿਸੇ ਵਿਤਕਰੇ ਦੇ। ਉਹ ਇਹ ਨਹੀਂ ਸੀ ਦੇਖਦੇ ਕਿ ਇਹ ਮੁਸਲਮਾਨ ਹੈ, ਮੁਗਲ ਫੌਜੀ ਹੈ ਤੇ ਇਹਨੂੰ ਪਾਣੀ ਨਹੀਂ ਪਿਆਉਣਾ। ਉਹ ਜਿਹੜਾ ਵੀ ਘਾਇਲ ਦੇਖਦੇ ਸੀ ਉਹਨੂੰ ਪਾਣੀ ਪਿਆਉਂਦੇ ਸੀ। ਇਹ ਸਾਡੀ ਰਵਾਇਤ ਹੈ, ਸੁਨਹਿਰੀ ਰਵਾਇਤ। ਇਹ ਸਾਡੀ ਬਦਕਿਸਮਤੀ ਹੈ ਕਿ ਰੈੱਡ ਕਰਾਸ ਦਾ ਨਾਮ ਪਹਿਲਾਂ ਹੋ ਗਿਆ ਤੇ ਸਾਡਾ ਐਡੀਆਂ ਮਸਾਲਾਂ ਹੁੰਦਿਆਂ ਹੋਏ ਵੀ ਸਾਡਾ ਨਾਂ ਜਿਹੜਾ ਸੀ ਉਹ ਅੱਜ ਵੀ ਬਹੁਤੀ ਦੁਨੀਆ ਜਿਹੜੀ ਸਾਡੀ ਇਹਨਾਂ ਰਵਾਇਤਾਂ ਨੂੰ ਨਹੀਂ ਜਾਣਦੀ। ਇਹ ਇੱਕ ਲਹਿਦਾ ਵਿਸ਼ਾ ਹੈ। ਸੋ ਆਪ ਜੀ ਨੇ ਇਹ ਗੱਲਾਂ ਪ੍ਰੋਗਰਾਮਾਂ ਵਿੱਚ ਪਹਿਲਾਂ ਵੀ ਬਹੁਤ ਵਾਰੀ ਦੱਸੀਆਂ ਨੇ ਕਿ ਆਪ ਜੀ ਦੀ ਜਿਹੜੀ ਧਰਮ ਪਤਨੀ ਸੀ ਉਹ ਇਸੇ ਬਿਮਾਰੀ ਦੇ ਨਾਲ ਉਹਨਾਂ ਦਾ ਅਕਾਲ ਚਲਾਣਾ ਹੋਇਆ ਸੀ। ਸੋ ਆਪ ਜੀ ਨੂੰ ਇੱਥੋਂ ਠੋਕਰ ਲੱਗੀ ਤੇ ਆਪ ਜੀ ਨੇ ਇੱਕ ਬਹੁਤ ਵੱਡਾ ਇਹ ਕਦਮ ਜਿਹੜਾ ਸੀ ਚੱਕਿਆ। ਤੇ ਆਪ ਜੀ ਨੇ ਜੱਗੀ ਕੁੱਸਾ ਦੀ ਜਿਹੜੀ ਚੋਣ ਕੀਤੀ ਹੈ, ਇਹ ਕਿਸ ਹਿਸਾਬ ਨਾਲ, ਕੋਈ ਇਹਦੇ ਬਾਰੇ ਥੋੜਾ ਜਿਹਾ ਸਾਨੂੰ ਚਾਨਣਾ ਪਾ ਦਿਓ ਸਾਡੇ ਦਰਸ਼ਕਾਂ ਨੂੰ। ਵੀਰ ਜੀਓ, ਸਭ ਨਾਲੋਂ ਪਹਿਲਾਂ ਮੈਂ ਧੰਨਵਾਦ ਕਰਨਾ ਹਾਂ ਸਾਰੀ ਸੰਗਤ ਦਾ, ਸਾਰੇ NRI ਵੀਰਾਂ ਦਾ, ਜਿਨ੍ਹਾਂ ਨੇ ਹੁਣ ਤੱਕ ਰੋਕੋ ਕੈਂਸਰ, ਜਿਹਦਾ ਮਤਲਬ ਹੈ ਸਟਾਪ ਕੈਂਸਰ, ਇਹਦੇ ਅਭਿਆਨ ਵਿੱਚ ਸਾਥ ਦਿੱਤਾ। ਤੇ ਬਾਕੀ ਜੱਗੀ ਜੀ ਜਿਹੜੇ ਸਾਡੇ PR ਗਲੋਬਲ ਰੋਕੋ ਕੈਂਸਰ ਦੇ ਨੇ, ਇਹਨਾਂ ਦਾ ਨਾਂ ਸੁਣਿਆ ਸੀ, ਕਿਤਾਬਾਂ ਪੜ੍ਹੀਆਂ ਸਨ ਤੇ ਕੁਛ ਲੋਕਾਂ ਦੇ ਨਾਲ ਵਿਚਾਰ ਵਟਾਂਦਰਾ ਹੋਇਆ ਸੀ। ਜਦੋਂ ਕਿ ਅਸੀਂ ਕੋਈ ਨਵੀਂ ਸ਼ਖਸੀਅਤ ਨੂੰ ਲਿਆਉਣਾ ਚਾਹੁੰਦੇ ਸਾਂ ਕਿ ਰੋਕੋ ਕੈਂਸਰ ਦੀ ਵਾਗਡੋਰ ਸਾਂਭਣ। ਤੁਹਾਨੂੰ ਪਤਾ ਹੀ ਹੈ, ਮੈਂ ਹੁਣ ਬੁੱਢਾ ਹੋ ਗਿਆ ਤੇ ਵਾਗਡੋਰਾਂ ਅੱਗੇ ਦਿੱਤੀਆਂ ਜਾਂਦੀਆਂ ਤੇ ਉਹਨਾਂ ਵਾਗਡੋਰਾਂ ਦੇ ਵਿੱਚ ਹਰ ਤਰ੍ਹਾਂ ਦੀ ਦੁਨੀਆ ਆਉਂਦੀ ਹੈ। ਪਰ ਜੱਗੀ ਜੀ ਦੇ ਕਹਿਣ ਤੇ ਜਾਂ ਇਹਨਾਂ ਦੇ ਹੋਰਾਂ ਨੇ ਸਲਾਹ ਦਿੱਤੀ ਕਿ ਇਹ ਸ਼ਖਸੀਅਤ ਬੜੀ ਅੱਛੀ ਹੈ, ਬੜੇ ਇਮਾਨਦਾਰ ਨੇ, ਬੜੇ ਪਿਆਰ ਵਾਲੇ ਨੇ ਤੇ ਰਾਈਟਰ ਹੈਗੇ ਨੇ, ਤੇ ਇਹ ਸੇਵਾ ਜਿਹੜੀ ਹੈ
ਇਹ ਇਹਨਾਂ ਨੂੰ ਸੌਂਪੀ ਜਾਏ। ਮੈਂ ਸਾਰਿਆਂ ਦੀ ਸਲਾਹ ਮੰਨ ਕੇ ਜੱਗੀ ਜੀ ਨਾਲ ਸਲਾਹ ਕੀਤੀ। ਮੈਂ ਕਿਹਾ ਕਿ ਤੁਸੀਂ ਐਜ਼ ਏ ਰਾਈਟਰ ਤੇ ਬਹੁਤ ਮਸ਼ਹੂਰ ਹੋ, ਪਰ ਉਹ ਸੇਵਾ ਲਿਟਰੇਰੀ ਹੈ। ਹੁਣ ਸੇਵਾ ਮਾਨਸ ਕੀ ਜਾਤ ਜਿਹੜੀ ਸਾਡੇ ਗੁਰੂ ਕਹਿ ਗਏ ਉਹ ਕਰਨੀ ਚਾਹੀਦੀ ਹੈ। ਤੇ ਮੈਂ ਇਸ ਕੰਮ ਵਿੱਚ ਜਿਸ ਤਰ੍ਹਾਂ ਲੱਗਾ ਹਾਂ, ਕੀ ਤੁਸੀਂ ਇਹਦੇ 'ਚ ਹਿੱਸਾ ਪਾਓਗੇ? ਤੇ ਇਹਨਾਂ ਨੇ ਕਹਿੰਦੇ ਨਾ ਵੱਡਿਆਂ ਦੇ ਬਚਨਾਂ ਨੂੰ ਮੰਨਿਆ ਤੇ ਇਹਨਾਂ ਨੇ ਹੁਣ ਅਗਸਤ ਦੇ 10 ਤੋਂ ਸ਼ੁਰੂ ਕੀਤਾ ਸਾਡੇ ਨਾਲ। ਤੇ ਦਾਤਾ ਮਿਹਰ ਕਰੇਗਾ, ਉਸ ਦਾਤੇ ਦੀ ਮਿਹਰ, ਭਰਾਵਾਂ ਦਾ ਸਹਿਯੋਗ ਤੇ ਭੈਣਾਂ ਦੀਆਂ ਅਸੀਸਾਂ ਨਾਲ ਇਹ ਇਸ ਸੰਸਥਾ ਨੂੰ ਉਸ ਜਗ੍ਹਾ ਤੇ ਲਿਜਾਣਗੇ ਜਿੱਥੇ ਹਰ ਕੋਈ ਮਾਣ ਕਰੇਗਾ ਕਿ ਭਾਈ ਇਹ ਜਿਹੜੀ ਸੰਸਥਾ ਇਹ 10 ਸਾਲ ਤੋਂ ਸੇਵਾ ਕਰਦੀ ਰਹੀ ਹੈ ਪੰਜਾਬ ਵਿੱਚ, ਤੇ ਇਸ ਤਰ੍ਹਾਂ ਹੀ ਦਾਤਾ ਮਿਹਰ ਕਰੇ ਇਹ ਸੇਵਾ ਹੁੰਦੀ ਰਹੇ। ਤੇ ਸਭ ਨਾਲੋਂ ਵੱਡੀ ਕੈਂਸਰ ਦੀ ਬਿਮਾਰੀ ਜਿਹੜੀ ਸਾਡੇ ਪੰਜਾਬ ਦੇ ਵਿੱਚ ਇੰਨਾ ਜ਼ਿਆਦਾ ਵਾਧਾ ਹੋ ਗਿਆ ਹੈ, ਜੇ ਅਸੀਂ ਠੱਲ ਪਾ ਲਈਏ ਤੇ ਸਾਡਾ ਇਹ ਜਿਹੜੀ ਜ਼ਿੰਦਗੀ ਹੈ ਇਹ ਸਾਡੇ ਕਹਿੰਦੇ ਨਾ ਰੱਬ ਮੰਨੇਗਾ, ਦਾਤਾ ਮੰਨੇਗਾ ਕਿ ਤੂੰ ਕੁਝ ਕਰਕੇ ਆਇਆ। ਚਾਵਲਾ ਸਾਹਿਬ, ਮੈਂ ਆਪ ਜੀ ਦਾ ਧੰਨਵਾਦ ਵੀ ਕਰਨਾ ਚਾਹੁੰਦਾ ਕਿ ਤੁਸੀਂ ਲੇਖਕ ਭਾਈਚਾਰੇ ਦੇ ਵਿੱਚੋਂ ਜੱਗੀ ਕੁੱਸਾ ਜੀ ਨੂੰ ਚੁਣ ਕੇ ਮੈਂ ਕਹਿੰਦਾ ਸਾਡਾ ਸਾਰਿਆਂ ਦਾ ਮਾਣ ਇਹ ਬਹੁਤ ਵਧਾਇਆ ਕਿ ਤੁਸੀਂ ਇਸ ਵੀਰ ਨੂੰ ਇਸ ਯੋਗ ਸਮਝਿਆ ਕਿ ਉਹ ਏਡੀ ਜ਼ਿੰਮੇਵਾਰੀ ਸੰਭਾਲੇਗਾ। ਤੇ ਉਹ ਜਿਹੜਾ ਆਪ ਜੀ ਨੇ ਅੱਜ ਤੋਂ 10-11 ਸਾਲ ਪਹਿਲਾਂ ਦਾ ਜਿਹੜਾ ਕੰਮ ਸ਼ੁਰੂ ਕੀਤਾ ਹੋਇਆ ਉਸ ਨੂੰ ਇਸੇ ਤਰ੍ਹਾਂ ਹੀ ਅੱਗੇ ਨਹੀਂ ਸਿਰਫ ਲਿਜਾਏਗਾ, ਇਸ ਦੇ ਵਿੱਚ ਹੋਰ ਵਾਧਾ ਕਰੇਗਾ। ਇਹ ਸਾਡੇ ਸਾਰਿਆਂ ਵਾਸਤੇ ਬਹੁਤ ਮਾਣ ਦੀ ਗੱਲ ਹੈ। ਜੱਗੀ ਜੀ, ਤੁਸੀਂ ਇਹ ਦੱਸੋ ਵੀ ਇਹ ਜ਼ਿੰਮੇਵਾਰੀ ਲੈ ਕੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ? ਕੰਧਾਲਵੀ ਸਾਹਿਬ, ਸਭ ਤੋਂ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੂਜਾ ਧੰਨਵਾਦੀ ਹਾਂ ਤੁਹਾਡਾ ਔਰ ਸਿੱਖ ਚੈਨਲ ਦਾ, ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾ ਕੇ ਸਟੂਡੀਓ ਦੇ ਵਿੱਚ ਬੜਾ ਮਾਣ ਬਖਸ਼ਿਸ਼ ਕੀਤਾ। ਜਿਵੇਂ ਕਿ ਚਾਵਲਾ ਸਾਹਿਬ ਨੇ ਦੱਸਿਆ, ਜੋ ਜ਼ਿੰਮੇਵਾਰੀ ਜਾਂ ਸੇਵਾ ਮੇਰੇ ਜ਼ਿੰਮੇ ਲਾਈ ਹੈ, ਗੁਰੂ ਮਹਾਰਾਜ ਕਿਰਪਾ ਕਰਨ ਮੈਂ ਕੁਝ ਵੀ ਕਰਨ ਜੋਗਾ ਨਹੀਂ। ਗੱਲ ਤਾਂ ਉੱਥੇ ਹੀ ਆ ਜਾਂਦੀ, ਜਿਵੇਂ ਮੈਂ ਅੱਗੇ ਆਪਣੀ ਲਿਖਤਾਂ ਬਾਰੇ ਕਹਿੰਦਾ ਹੁੰਦਾ ਸੀ ਬਈ ਹਾਂ ਆਪੋ ਬੋਲਣਾ ਜਾਣਦਾ। ਮੈਨੂੰ ਨਾ ਤਾਂ ਬੋਲਣਾ ਆਉਂਦਾ, ਨਾ ਕੁਝ ਕਰਨਾ ਆਉਂਦਾ, ਨਾ ਮੈਨੂੰ ਕੁਝ ਲਿਖਣਾ ਆਉਂਦਾ ਸੀ ਪਹਿਲਾਂ। ਜੋ ਕਰਨਾ ਉਹ ਤਾਂ ਗੁਰੂ ਬਾਬੇ ਨਾਨਕ ਨੇ ਕਰਨਾ। ਮੈਂ ਤਾਂ ਹਮੇਸ਼ਾ ਉਹਦੀ ਓਟ ਤੇ ਉਹਦਾ ਆਸਰਾ ਲੈ ਕੇ ਚੱਲਿਆ। ਠੀਕ। ਤੇ ਜਿਵੇਂ ਆਪਣੀ ਅੱਜ ਗੱਲ ਪਹਿਲਾਂ ਬੈਠੇ ਸੀ ਆਪਾਂ, ਚੱਲਦੀ ਸੀ ਵੀ ਮੰਤਵ ਸਾਡਾ ਕੀ ਹੈ। ਉਸ ਮੰਤਵ ਬਾਰੇ ਮੈਂ ਗੱਲ ਕਲੀਅਰ ਕਰਦੇ ਹਾਂ ਕਿ ਸਭ ਤੋਂ ਵੱਡਾ ਮੰਤਵ ਖਾਸ ਤੌਰ ਤੇ ਮੇਰਾ ਇਹ ਹੈ। ਚਾਵਲਾ ਸਾਹਿਬ ਨਾਲ ਮੇਰੀ ਤਕਰੀਬਨ ਹਰ ਰੋਜ਼ ਹੀ ਇੱਕ ਮੀਟਿੰਗ ਹੁੰਦੀ ਹੈ ਵੀ ਜਿਹੜਾ ਸਾਡੇ ਇਸ ਬਿਮਾਰੀ ਨੂੰ, ਕੈਂਸਰ ਦੀ ਬਿਮਾਰੀ ਨੂੰ ਜਿਹੜਾ ਇੱਕ ਹਊਆ ਬਣਾ ਕੇ ਪੇਸ਼ ਕੀਤਾ ਗਿਆ। ਮੈਂ ਉਹ ਗੱਲ ਸਾਡੇ ਭੈਣ ਜੀ ਨੇ ਕਿਤੇ ਅਖਬਾਰ ਦੇ ਵਿੱਚ ਪੜ੍ਹੀ ਤੇ ਫੋਨ ਆਇਆ। ਚਲੋ ਮੇਰੇ ਕੋਲ ਟਾਈਮ ਨਹੀਂ ਸੀ, ਮੈਂ ਫੋਨ ਕੀਤਾ। ਮੈਨੂੰ ਕਹਿੰਦੇ ਵੀ ਤੂੰ ਕੀ ਬਣ ਗਿਆ? ਮੈਂ ਕਿਹਾ ਜੀ ਮੈਂ ਕੀ ਬਣ ਗਿਆ? ਕਹਿੰਦੇ ਡਾਇਰੈਕਟਰ ਦਾ ਤਾਂ ਮੈਨੂੰ ਪਤਾ ਲੱਗਿਆ, ਪਰ ਉਹ ਜਿਹੜੀ ਦੂਜੀ ਬਿਮਾਰੀ ਉਹਦਾ ਤਾਂ ਚੰਦਰੀ ਦਾ ਮੈਂ ਨਾਂ ਨਹੀਂ ਲੈਣਾ। ਮੈਂ ਹੋਰ ਲੋਕਾਂ ਦੀ ਗੱਲ ਨਹੀਂ ਕਰਦਾ, ਮੈਂ ਆਪਦੀ ਭੈਣ ਦੀ ਗੱਲ ਕਰਦਾ। ਮੈਂ ਕਿਹਾ ਕੋਈ ਗੱਲ ਨਹੀਂ, ਵੀ ਜਿਹੜੀ ਡਿਊਟੀ ਲੱਗੀ ਆ ਉਹ ਤਾਂ ਮੈਂ ਨਿਭਾਉਣੀ ਆ। ਹੁਣ ਉਹ ਜਿਹੜਾ ਹਊਆ ਬਣਾਇਆ ਨਾ, ਮਤਲਬ ਇਸ ਬਿਮਾਰੀ ਨੂੰ, ਲੋਕ ਇਸ ਦੇ ਇੰਨੇ ਕੁ ਕਾਬਲ ਬਣ ਜਾਣ ਵੀ ਜੇ ਹੁਣ ਵੈਰੀ ਤੁਹਾਡੇ ਦਰਵਾਜ਼ੇ ਤੇ ਚੱਲ ਕੇ ਆ ਗਿਆ, ਉਸ ਦੇ ਗਲ ਨੂੰ ਚੁੰਬੜ ਜਾਓ। ਬਿਲਕੁਲ। ਨਾ ਕਿ ਉਹ ਤੋਂ ਡਰ ਕੇ ਭੱਜ ਜਾਓ ਜਾਂ ਦਰਵਾਜ਼ੇ ਬੰਦ ਕਰ ਲਓ ਅੰਦਰੋਂ। ਉਹ ਜਿਹੜਾ ਕੈਂਸਰ ਹੈ ਨਾ, ਉਹ ਹੁਣ ਕਿੱਡਾ ਵੈਰੀ ਆ ਆਪਣੇ ਪੰਜਾਬ ਦਾ। ਬਿਲਕੁਲ। ਸਭ ਤੋਂ ਵੱਡਾ ਮੰਤਵ ਪਹਿਲਾਂ ਤਾਂ ਸਾਡਾ ਇਹ ਹੈ ਵੀ ਜਾਗਰੂਕ ਕਰਨਾ ਲੋਕਾਂ ਨੂੰ, ਵੀ ਜਾਗੋ, ਢੋਲ ਕੁੱਟਣਾ। ਜਿਵੇਂ ਅੱਗੇ ਨਾਵਲਾਂ ਵਿੱਚ ਢੋਲ ਕੁੱਟਦੇ ਹੁੰਦੇ ਸੀਗੇ, ਤੇ ਹੁਣ ਸਿੱਧਾ ਢੋਲ ਕੁੱਟਣ ਲੱਗ ਗਏ ਵੀ ਇਹ ਬਿਮਾਰੀ ਨੂੰ ਤੁਸੀਂ ਗਲ ਨੂੰ ਚੁੰਬੜੋ। ਬਿਲਕੁਲ। ਕਿਉਂਕਿ ਵੱਡੀ ਗੱਲ ਸਭ ਤੋਂ ਪਹਿਲਾਂ ਇਹ ਹੈ, ਜਿਵੇਂ ਚਾਵਲਾ ਸਾਹਿਬ ਪਹਿਲਾਂ ਹਰ ਆਪਣੇ ਸਟੇਜ ਤੇ ਬੋਲਦੇ ਆ ਕਿ
ਜੇ ਤੁਹਾਨੂੰ ਪਹਿਲੀ ਸਟੇਜ ਤੇ ਹੀ ਪਤਾ ਲੱਗ ਜੇ ਇਸ ਬਿਮਾਰੀ ਦਾ ਇਲਾਜ ਹੈ, ਤੁਸੀਂ ਇਸ ਬਿਮਾਰੀ ਤੋਂ ਬਚ ਸਕਦੇ ਹੋ। ਸਾਡੇ ਕੋਲੇ ਸਬੂਤ ਹੈ ਵੀ ਜਿਨ੍ਹਾਂ ਨੂੰ ਪਹਿਲੀ ਸਟੇਜ ਤੇ ਦੱਸਿਆ ਗਿਆ, ਜਾਗਰੂਕ ਕੀਤਾ ਗਿਆ, ਤੇ ਉਹਨਾਂ ਦੀ ਜਾਨ ਬਚੀ ਹੈ। ਸਾਡੇ ਕੋਲੇ ਸਬੂਤ ਬੈਠੇ ਆ, ਜਿਉਂਦੇ ਜਾਗਦੇ, ਚਲੋ ਗੁਰੂ ਦੀ ਕਿਰਪਾ ਹੈ ਜੀ, ਚੜ੍ਹਦੀ ਕਲਾ ਵਾਲੇ ਬੈਠੇ ਆ ਜਿਨ੍ਹਾਂ ਨੂੰ ਹੁਣ ਕੋਈ ਖਤਰਾ ਨਹੀਂ। ਸਾਡਾ ਸਭ ਤੋਂ ਪਹਿਲਾਂ ਇਹ ਵੱਡਾ ਮੰਤਵ ਹੈ। ਦੂਜਾ ਮੰਤਵ ਇਹ ਹੈ ਵੀ ਲੋਕਾਂ ਨੂੰ ਜਾ ਕੇ ਸਪੀਚ ਦੇਣੀ, ਬੋਲਣਾ, ਉਪਦੇਸ਼ ਦੇਣਾ, ਦੱਸਣਾ। ਇਹ ਨਹੀਂ ਕਰਨਾ ਵੀ ਤੁਸੀਂ ਸਾਨੂੰ ਪੱਖਾ ਚਲੋ ਤਾਂ ਅਸੀਂ ਤੁਹਾਨੂੰ ਉਪਦੇਸ਼ ਦਿੰਦੇ ਹਾਂ, ਉਹ ਵੀ ਕੰਮ ਨਹੀਂ ਕਰਨਾ। ਅਸੀਂ ਘਰ ਘਰ ਜਾ ਕੇ, ਪਿੰਡ ਪਿੰਡ ਜਾ ਕੇ ਕੈਂਪ ਲਾਉਣੇ ਆ, ਦੱਸਣਾ। ਚਲੋ ਰੱਬ ਨਾ ਕਰੇ ਇਹ ਬਿਮਾਰੀ ਕਿਸੇ ਨੂੰ ਵੀ ਨਾ ਹੋਵੇ। ਮੇਰੀ ਤਾਂ ਪਹਿਲੀ ਅਰਦਾਸ ਇਹ ਹੈ ਬਈ ਸੱਚੇ ਪਾਤਸ਼ਾਹ ਸਾਰੇ ਪੰਜਾਬ ਨੂੰ ਹੀ ਤੰਦਰੁਸਤੀ ਬਖਸ਼ੀ। ਕੋਈ ਸਿੱਖ ਹੈ, ਚਾਹੇ ਹਿੰਦੂ ਹੈ, ਚਾਹੇ ਕੋਈ ਵੀ ਹੈ, ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਾਏ। ਠੀਕ ਹੈ ਨਾ ਜੀ। ਤੇ ਦੂਜੀ ਗੱਲ ਇਹ ਹੈ ਵੀ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹੋ ਬਿਰਦ ਸੁਆਮੀ ਸੰਦਾ। ਅਸੀਂ ਤਾਂ ਜਿਹੜਾ ਵੀ ਆ ਗਿਆ ਉਹਨੂੰ ਗਲ ਵਕੜੀ ਪਾਉਣੀ ਵੀ ਆ ਮਿੱਤਰਾ ਤੂੰ ਕਿਹੜਾ ਸਾਡੇ ਕੋਲੇ ਆ ਤੇ ਅਸੀਂ ਜਿਹੜਾ ਕੁਝ ਕਰ ਸਕਦੇ ਉਹ ਕਰਾਂਗੇ। ਬਿਲਕੁਲ। ਕਿਉਂਕਿ 12,700 ਕੁਛ ਪਿੰਡ ਆਪਣੇ ਪੰਜਾਬ ਦਾ ਜੀ, ਤੇ 365 ਦਿਨ ਹੈਗੇ ਸਾਲ ਦੇ ਵਿੱਚ। ਤੇ ਮੇਰੀ ਇਹੀ ਆਪਣੇ NRI ਭੈਣਾਂ ਭਰਾਵਾਂ ਨੂੰ ਅਪੀਲ ਹੈ, ਬੇਨਤੀ ਹੈ, ਚਰਨਾਂ ਦੇ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਤੁਸੀਂ ਸਾਡਾ ਸਹਿਯੋਗ ਦਿਓ ਜਿਸ ਤਰ੍ਹਾਂ ਵੀ ਦੇ ਸਕਦੇ ਹੋ। ਤੁਸੀਂ ਸਾਡੇ ਨਾਲ ਜਾ ਕੇ ਉੱਥੇ ਲੋਕਾਂ ਨੂੰ ਜਾਗਰੂਕ ਕਰੋ। ਤੁਸੀਂ ਕੈਂਪ ਲਵਾਓ, ਜਾਂ ਜੇ ਇੱਕ ਬੰਦਾ ਨਹੀਂ ਸਮਰੱਥਾ ਰੱਖਦਾ, 4-5 ਜਾਣੇ ਇੱਕ ਪਿੰਡ ਦੇ ਵਿੱਚ ਮਤਲਬ 5 ਜਾਣੇ ਇਕੱਠੇ ਹੋ ਕੇ ਵੀ ਕੋਈ ਮਤਲਬ ਇੱਕ ਕੈਂਪ ਲਵਾ ਸਕਦੇ ਆ। ਉਹ ਮੈਂ ਇਹੀ ਚਾਹੁੰਦਾ ਬਈ 365 ਦਿਨ ਦੇ ਵਿੱਚੋਂ ਰੋਕੋ ਕੈਂਸਰ ਦਾ ਇੱਕ ਵੀ ਦਿਨ ਖਾਲੀ ਨਾ ਜਾਵੇ ਤੇ ਦਿਨ ਆਪਣਾ ਹਰ ਰੋਜ਼ ਕਿਤੇ ਨਾ ਕਿਤੇ ਕੋਈ ਨਾ ਕੋਈ ਕੈਂਪ ਜ਼ਰੂਰ ਲੱਗੇ, ਜਿਸ ਦੇ ਨਾਲ ਇਹ ਮਤਲਬ ਖਾਸ ਤੌਰ ਤੇ ਔਰਤਾਂ ਨੂੰ, ਭੈਣਾਂ ਨੂੰ, ਕਿਉਂਕਿ ਜਿਹੜੇ ਮੈਂ ਅੰਕੜੇ ਇਕੱਠੇ ਕੀਤੇ ਆ ਉਹਦੇ ਵਿੱਚ ਜ਼ਿਆਦਾ ਜਿਹੜਾ ਹੈਗਾ ਬਾਬਾ ਨਾਨਕ, ਜਿਵੇਂ ਧੰਨ ਗੁਰੂ ਨਾਨਕ ਪਾਤਸ਼ਾਹ ਕਹਿ ਗਏ ਆ ਵੀ ਸੋ ਕੋ ਮੰਦਾ ਆਖੀਆ ਜਿੱਤ ਜੰਮਹਿ ਰਾਜਾਨ। ਉਹ ਰਾਜੇ ਰਾਣੇ ਜੰਮਣ ਵਾਲੀ ਅੱਜ ਸਭ ਤੋਂ ਵੱਧ ਇਸ ਬਿਮਾਰੀ ਦਾ ਸ਼ਿਕਾਰ ਹੋਈ ਬੈਠੀ ਹੈ। ਮੇਰੇ ਕੋਲੇ ਲਿਖਤੀ ਅੰਕੜੇ ਆ, ਮੈਂ ਕੋਈ ਆਪਦੇ ਮੂੰਹ ਜਵਾਨੀ ਕੋਈ ਇਮੋਸ਼ਨਲ ਬਲੈਕਮੇਲ ਨਹੀਂ ਕਿਸੇ ਨੂੰ ਕਰਦਾ, ਮੈਂ ਸੱਚਾਈ ਦੱਸ ਰਿਹਾ ਮੇਰੇ ਹੱਥ 'ਚ ਕੀ ਹੈ। ਉਹ ਕਹਿਣ ਦਾ ਮਤਲਬ ਇਹ ਹੈ ਵੀ ਅਸੀਂ ਆਪਦੀਆਂ ਭੈਣਾਂ ਨੂੰ ਪਹਿਲਾਂ ਇਸ ਪੱਖੋਂ ਜਾਗਰੂਕ ਕਰਨਾ ਹੈ ਵੀ ਇਹਦਾ ਨਾਂ ਲੈਣ ਤੋਂ ਡਰਨ ਦੀ ਲੋੜ ਨਹੀਂ, ਇਸ ਬਿਮਾਰੀ ਦੇ ਗਲ ਨੂੰ ਚੁੰਬੜਨ ਦੀ ਲੋੜ ਹੈ। ਬਿਲਕੁਲ। ਵੀ ਇਸ ਨੂੰ ਢਾਉਣਾ ਹੈ, ਅਸੀਂ ਇਸ ਬਿਮਾਰੀ ਨੂੰ ਮੂਰਛਿਤ ਕਰਕੇ ਜੜ੍ਹਾਂ ਪੱਟ ਕੇ ਪੰਜਾਬ ਤੋਂ ਬਾਹਰ ਸਿੱਟਣਾ। ਜਿਹੜੀ ਦੂਜੀ ਗੱਲ ਹੈ, ਬਠਿੰਡੇ ਤੋਂ ਜਿਹੜੀ ਆਪਣੇ ਟ੍ਰੇਨ ਜਾਂਦੀ ਹੈਗੀ ਆ ਰਾਜਸਥਾਨ, ਬੀਕਾਨੇਰ ਨੂੰ ਟ੍ਰੇਨ ਜਾਂਦੀ ਹੈ, ਉਹਦਾ ਨਾਂ ਹੀ ਕੈਂਸਰ ਟ੍ਰੇਨ ਪਿਆ ਵਾ। ਤੇ ਉਹਦੇ ਵਿੱਚ ਕੰਧਾਲਵੀ ਸਾਹਿਬ 500 ਤੋਂ ਵੱਧ ਮਰੀਜ਼ ਜਾਂਦੇ ਆ ਤੇ ਜਿਨ੍ਹਾਂ ਦੇ ਬੈਠਣ ਵਾਸਤੇ ਵੀ ਉਹਦੇ ਵਿੱਚ ਜਗ੍ਹਾ ਨਹੀਂ ਹੁੰਦੀ। ਉਹ ਕਹਿਣ ਦਾ ਮਤਲਬ ਇਹ ਆ ਜੇ ਉਹਨਾਂ ਬੰਦਿਆਂ ਨੂੰ ਜਿਹੜੇ ਅੱਜ ਆਪਣਾ ਬਿਮਾਰ ਹੋ ਕੇ ਆਪਣੇ ਬੀਕਾਨੇਰ ਨੂੰ ਤੁਰੇ ਜਾਂਦੇ ਉਸ ਟ੍ਰੇਨ ਦੇ ਵਿੱਚ, ਜੇ ਅਸੀਂ ਉਹਨਾਂ ਨੂੰ ਪਹਿਲੀ ਸਟੇਜ ਤੇ ਹੀ ਦੱਸੀਏ ਤੁਹਾਨੂੰ ਆਹ ਬਿਮਾਰੀ ਹੈ ਤੇ ਉਹਨਾਂ ਦਾ ਇਲਾਜ ਹੋਣਾ ਮਤਲਬ ਪਹਿਲੀ ਸਟੇਜ ਤੇ ਸੰਭਵ ਹੈ। ਬਿਲਕੁਲ। ਤੀਜਾ ਸਾਡਾ ਮੰਤਵ ਕੀ ਹੈ ਬਈ ਜਦੋਂ ਚਲੋ ਰੱਬ ਨਾ ਕਰੇ ਕਿਸੇ ਨੂੰ ਇਹ ਬਿਮਾਰੀ ਨਾ ਹੋਵੇ, ਮੇਰੀ ਤਾਂ ਪਹਿਲੀ ਅਰਦਾਸ ਇਹ ਹੈ ਵੀ ਹੇ ਸੱਚੇ ਪਾਤਸ਼ਾਹ ਸਾਡੇ ਸਾਰੇ ਪੰਜਾਬ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰੀ। ਜੇ ਕਿਸੇ ਨੂੰ ਰੱਬ ਨਾ ਕਰੇ, ਮੈਂ ਕਹਿੰਦਾ ਹੇ ਰੱਬਾ ਕਰੀ ਨਾ ਕਿਸੇ ਨੂੰ ਇਹ ਬਿਮਾਰੀ ਹੋਵੇ ਨਾ, ਤੇ ਜੇ ਕਿਸੇ ਨੂੰ ਹੋ ਵੀ ਜਾਵੇ ਤਾਂ ਅਸੀਂ ਉਹਨਾਂ ਨੂੰ ਪੂਰੀ ਯੋਗ ਸਲਾਹ ਦੇ ਕੇ ਯੋਗ ਹੱਥਾਂ ਦੇ ਵਿੱਚ ਸੌਂਪਣਾ। ਨੀਮ ਹਕੀਮ ਖਤਰਾ ਜਾਣ ਵਾਲਿਆਂ ਦੇ ਹੱਥ 'ਚ ਨਹੀਂ, ਯੋਗ ਹੱਥਾਂ ਦੇ ਵਿੱਚ ਭੇਜਣਾ ਵੀ ਆਹ ਜਿਹੜਾ ਹੈਗਾ ਹਸਪੀਟਲ ਇਹ ਤੁਹਾਡੇ ਵਾਸਤੇ ਯੋਗ ਹੈ, ਇੱਥੇ ਤੁਹਾਡਾ ਤਸੱਲੀ ਬਖਸ਼ ਇਲਾਜ ਹੋ ਸਕਦਾ ਹੈ। ਠੀਕ ਹੈ। ਇਹ ਜਿਹੜੀਆਂ ਮੁੱਢਲੀਆਂ ਗੱਲਾਂ, ਇਹ ਸਭ ਤੋਂ ਵੱਡਾ ਮੇਰਾ ਮਕਸਦ ਇਹ ਹੈ। ਇਹੀ ਚਾਵਲਾ ਸਾਹਿਬ ਨਾਲ ਮੇਰੀ ਹਰ ਰੋਜ਼ ਮੀਟਿੰਗ ਹੁੰਦੀ ਹੈ ਵੀ ਜਿਹੜੀ ਅਗਲੀ ਸਾਡੀ ਇਹ ਆ ਨਾ ਆਪਣੀ ਰਣਨੀਤੀ ਖਾਸ ਤੌਰ ਤੇ ਇਹਦੇ ਖਿਲਾਫ ਆਪਣੇ ਕੈਂਸਰ ਦੇ। ਤੁਸੀਂ ਅਵੇਅਰਨੈਸ ਦੀ ਗੱਲ ਕੀਤੀ ਸੀ, ਆਪਣੇ ਚਾਵਲਾ ਸਾਹਿਬ ਨੇ ਵੀ ਕੀਤੀ ਹੈ। ਹਾਂਜੀ। ਜਿਹੜਾ ਚਾਵਲਾ ਸਾਹਿਬ ਤੁਸੀਂ ਤੇ ਮਤਲਬ ਮੋਢੀ ਹੋ ਇਹ ਸਾਰੀ ਜੋ ਮੁਹਿੰਮ ਚਲਾਈ ਗਈ ਹੈ, ਲੇਕਿਨ ਪੰਜਾਬ ਵਿੱਚ ਇੰਨਾ ਕੈਂਸਰ ਫੈਲਣ ਦੇ ਕਾਰਨ ਕੀ ਨੇ? ਵੀਰ ਜੀ ਇਹਦੇ ਵਿੱਚ ਕਾਰਨ ਬਹੁਤ ਨੇ। ਬਰੀਫ 'ਚ ਤੁਸੀਂ ਦੱਸੋ, ਬਰੀਫ ਦੇ ਵਿੱਚ ਕਿ ਕਾਰਨ ਕੀ ਨੇ? ਇਹਦੇ ਵਿੱਚ ਇੱਕ ਸਾਡਾ ਖਾਣਾ ਪੀਣਾ ਬਦਲ ਗਿਆ ਜੀ, ਜਿਹੜਾ ਪੁਰਾਣਾ ਹੁੰਦਾ ਸੀ, ਸਿੰਪਲ ਹੁੰਦੀ ਸੀ ਫੂਡ। ਨੰਬਰ 2 ਸਾਡੇ ਜਿਹੜੀ ਪ੍ਰੋਡਕਟਿਵਿਟੀ ਹੋਈ ਹੈ, ਗ੍ਰੀਨ ਰੈਵੋਲੂਸ਼ਨ ਆਇਆ, ਉਹਨੇ
ਜਿਹੜੀਆਂ ਖਾਦਾਂ ਤੇ ਹੋਰ ਚੀਜ਼ਾਂ ਪਈਆਂ, ਕੀੜੇ ਮਾਰ ਦਵਾਈਆਂ। ਹਾਂ, ਉਹਨਾਂ ਦਾ ਅਸਰ ਹੋਇਆ। ਫਿਰ ਉਸ ਤੋਂ ਬਾਅਦ ਜਦੋਂ ਇਹਦੇ ਉੱਪਰ ਸਟ੍ਰੈਸ ਆ ਜਾਂਦਾ ਹੈ ਕਿ ਭਾਈ ਜੇ ਘਰ ਦੇ ਵਿੱਚ ਤੁਹਾਡੇ ਕੋਲ ਦਾਣੇ ਨਹੀਂ ਤੇ ਤੁਸੀਂ ਸੋਚਦੇ ਹੋ ਕਿ ਕੀ ਕਰਾਂ, ਉਹ ਸਟ੍ਰੈਸ ਆ ਜਾਂਦਾ। ਕੁੜੀਆਂ ਮੁੰਡੇ ਕੰਮ ਵਾਸਤੇ ਜਾਂਦੇ ਨੇ, ਉਹਨਾਂ ਦਾ ਲਾਈਫ ਸਟਾਈਲ ਬਦਲ ਜਾਂਦਾ ਸ਼ਹਿਰਾਂ ਵਿੱਚ। ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਸਮੂਹ ਹੈ ਨਾ, ਇਹ ਕੈਂਸਰ ਵਾਸਤੇ। ਕਿਉਂਕਿ ਪੰਜਾਬ ਦੇ ਪਾਣੀ ਬਾਰੇ ਵੀ ਉਂਗਲੀ ਉੱਠ ਰਹੀ ਆ ਬਿਲਕੁਲ ਜੀ, ਕਿ ਪੰਜਾਬ ਦਾ ਪਾਣੀ ਜਿਹੜਾ ਹੈ ਉਹ ਬਹੁਤ ਇਲਾਕਿਆਂ ਵਿੱਚ ਪੀਣ ਦੇ ਕਾਬਲ ਨਹੀਂ ਰਿਹਾ। ਖਾਸ ਤੌਰ ਤੇ ਕੈਂਸਰ ਜਿੱਦਾਂ ਆਪਾਂ ਸੁਣਦੇ ਆ ਪੜ੍ਹਦੇ ਆ ਕਿ ਬਠਿੰਡਾ ਇਲਾਕਾ ਜਿਹੜਾ ਉਧਰਲਾ ਇਲਾਕਾ ਹੈਗਾ ਮਾਲਵੇ ਦਾ, ਉਹਦੇ ਵਿੱਚ ਇਹਦੀ ਮਾਰ ਜ਼ਿਆਦਾ ਆ। ਲੇਕਿਨ ਉਹਦੇ ਨਾਲ ਨਾਲ ਕਪੂਰਥਲੇ ਲਾਗੇ ਤੇ ਲੁਧਿਆਣੇ ਲਾਗੇ, ਜਿੱਥੋਂ ਦੀ ਗੰਦਾ ਨਾਲਾ ਲੰਘਦਾ ਬੁੱਢਾ ਨਾਲਾ, ਉਹਦੇ ਲਾਗੇ ਦੇ ਪਿੰਡ ਜਿਹੜੇ ਉਹ ਵੀ ਕਹਿੰਦੇ ਬਹੁਤ ਜ਼ਿਆਦਾ ਇਹਦੀ ਮਾਰ ਦੇ ਹੇਠ ਹੈਗੇ ਆ। ਸੋ ਇਹਦੇ ਤੋਂ ਸਾਬਤ ਹੁੰਦਾ ਕਿ ਪਾਣੀ ਦਾ ਇਹਦੇ ਵਿੱਚ ਬਹੁਤ ਵੱਡਾ ਰੋਲ ਹੈ। ਸੋ ਜਿੱਥੇ ਅਵੇਅਰਨੈਸ ਇਸ ਗੱਲ ਦੀ ਹੈਗੀ ਆ ਕਿ ਅਰਲੀ ਡਿਟੈਕਸ਼ਨ ਇਹਦੀ ਕਰਾਈ ਜਾਵੇ, ਇਹ ਵੀ ਅਵੇਅਰਨੈਸ ਹੈ ਇੱਕ, ਤੁਸੀਂ ਇਹ ਗੱਲ ਕਹੀ ਆ। ਲੇਕਿਨ ਇਹਦੇ ਨਾਲ ਨਾਲ ਅਵੇਅਰਨੈਸ ਇਹ ਵੀ ਹੈ ਕਿ ਲੋਕਾਂ ਨੂੰ ਉਸ ਪਾਣੀ ਤੋਂ ਤੇ ਉਸ ਭੈੜੀ ਖੁਰਾਕ ਤੋਂ ਉਹ ਵੀ ਬਚਾਉਣਾ ਬੜਾ ਜ਼ਰੂਰੀ ਹੈ। ਉਹਦੇ ਵਾਸਤੇ ਵੀ ਕੋਈ ਇਹ ਮੁਹਿੰਮ ਦੇ ਵਿੱਚ ਹਿੱਸਾ ਹੈ ਇਸ ਗੱਲ ਦਾ? ਹਾਂਜੀ, ਸਾਡੇ ਜਿਹੜੇ ਡਾਕਟਰ ਨੇ ਉਹ ਜਦੋਂ ਲੈਕਚਰ ਦਿੰਦੇ ਨੇ ਅਵੇਅਰਨੈਸ ਦੇ ਬਾਰੇ, ਜਾਂ ਭਾਈ ਕਿਸ ਤਰ੍ਹਾਂ ਤੁਸੀਂ ਆਪਣੇ ਚਿੰਨ੍ਹ ਅਰਲੀ ਚਿੰਨ੍ਹ ਦੇਖ ਸਕਦੇ ਹੋ, ਨਾਲ ਉਹ ਇਹਦੇ ਉੱਪਰ ਵੀ ਸਟ੍ਰੈਸ ਕਰਦੇ ਨੇ ਕਿ ਸਾਡਾ ਖਾਣ ਪੀਣ। ਦੇਖੋ ਪੰਜਾਬ ਜਿਹੜਾ ਸੀ 5 ਦਰਿਆਵਾਂ ਦਾ ਸੀ ਪਾਣੀ। ਰਿਸ਼ੀ ਮੁਨੀ ਇੱਥੇ ਹੋਏ, ਸਾਡੇ ਗੁਰੂ ਹੋਏ, ਕੋਈ ਪ੍ਰੋਬਲਮ ਨਹੀਂ ਸੀ, ਸਾਰਾ ਕੁਝ ਠੀਕ ਸੀ। ਅੱਜ 5 ਤੋਂ ਕਹਿੰਦੇ ਨਾ 3 ਦਰਿਆ ਨੇ, 3 ਵੀ ਪੂਰੇ ਨਹੀਂ, ਨਾਲੇ ਬਣ ਗਏ। ਹੁਣ ਨਾਲੇ ਕਿਸ ਤਰ੍ਹਾਂ ਬਣੇ ਕਿ ਸਾਡੀ ਇੰਡਸਟਰੀਅਲ ਜਿਹੜੀ ਰੈਵੋਲੂਸ਼ਨ ਹੋਈ ਹੈ, ਉਹ ਸਾਰਾ ਕਿਸੇ ਨੇ ਇਹ ਨਹੀਂ ਸੋਚਿਆ ਕਿ ਇਹ ਪਾਣੀ ਅਸੀਂ ਦਰਿਆਵਾਂ ਵਿੱਚ ਸੁੱਟ ਰਹੇ ਹਾਂ ਤੇ ਦਰਿਆ ਵੀ ਜਿਹੜੇ ਨੇ ਉਹ ਪੋਲਿਊਟ ਹੋ ਰਹੇ। ਇਸ ਕਰਕੇ ਇਹ ਚੀਜ਼ਾਂ ਦਾ ਖਾਸ ਤੌਰ ਤੇ ਧਿਆਨ ਰੱਖਣਾ। ਪਾਣੀ ਦੀ ਤੁਸੀਂ ਗੱਲ ਕੀਤੀ ਹੈਗੀ ਆ, ਅੱਜ ਬਠਿੰਡਾ ਉਧਰ ਮਾਲਵੇ ਵੱਲ ਪਾਣੀ ਦੇ ਵਿੱਚ ਸਾਡੀ ਜਿਹੜੀ ਕਹਿੰਦੇ ਨਾ ਖਾਦ ਪਾਈ ਗਈ ਜਾਂ ਜੋ ਵੀ ਉਹ ਕਹਿੰਦੇ ਖਾਦ ਕਹੋ ਜਾਂ ਜ਼ਹਿਰ ਕਹੋ, ਉਹ ਪੈਨੀਟ੍ਰੇਟ ਕਰ ਗਈ ਹੈ ਜ਼ਮੀਨਾਂ ਦੇ ਵਿੱਚ। ਹੁਣ ਜੇ ਬੋਰ ਕਰਨਾ ਹੋਵੇ ਪਾਣੀ ਦਾ ਤੇ ਤੁਹਾਨੂੰ ਚੰਗਾ ਪਾਣੀ ਮਿਲਦਾ ਹੀ ਨਹੀਂ ਜਿੰਨੀ ਦੇਰ ਤੱਕ ਤੁਸੀਂ 200 ਫੁੱਟ ਜਾਂ ਹਾਂਜੀ 200-250 ਫੁੱਟ ਤੱਕ ਜਾਣ ਲੱਗ ਪਿਆ। ਜੱਗੀ ਕੁਸਾ ਸਾਹਿਬ ਜੀ, ਤੁਸੀਂ ਇਹ ਦੱਸੋ ਵੀ ਤੁਹਾਡੀਆਂ ਹੁਣ ਫਿਊਚਰ ਦੇ ਵਿੱਚ ਕੀ ਪਲਾਨਸ ਕੀ ਹੈਗੀਆਂ ਨੇ? ਸਾਡੇ ਪਾਸ ਸਮਾਂ ਬਹੁਤ ਸੀਮਤ ਜਿਹਾ ਹੈਗਾ, ਤੇ ਫਿਊਚਰ ਦੇ ਵਿੱਚ ਕੀ ਤੁਹਾਡੀ ਪਲਾਨ ਹੈ? ਕਿੱਦਾਂ ਦਾ ਤੁਸੀਂ ਇੱਕ ਸੁਨੇਹਾ ਜਿਹੜਾ ਸਾਰਿਆਂ ਨੂੰ ਦੇਣਾ ਚਾਹੁੰਦੇ? ਕੀ ਤੁਸੀਂ ਰੂਪਰੇਖਾ ਕੀ ਬਣਾਈ ਵੀ ਮੈਂ ਕਿਵੇਂ ਆਪਣੇ ਇਸ ਕੰਮ ਨੂੰ ਅੱਗੇ ਵਧਾਉਣਾ? ਰੂਪਰੇਖਾ ਕੰਧਾਲਵੀ ਸਾਹਿਬ ਇਹ ਹੈ ਵੀ ਜਿਵੇਂ ਮੈਂ ਤੁਹਾਨੂੰ ਅੰਕੜਿਆਂ ਦੀ ਗੱਲ ਕੀਤੀ ਹੈ, ਹਸਪਤਾਲਾਂ ਤੋਂ ਅੰਕੜੇ ਇਕੱਠੇ ਕੀਤੇ ਜੀ। ਸਭ ਤੋਂ ਵੱਡੀ ਗੱਲ ਇਹ ਹੈ ਵੀ ਜਿਹੜਾ ਜਿਵੇਂ ਹੁਣ ਪੱਤਰਕਾਰਾਂ ਦੇ ਨਾਲ ਤੁਹਾਨੂੰ ਪਤਾ ਵੀ ਆਪਣਾ ਕਬੀਲਾ ਹੈ, ਭਾਈਚਾਰਾ ਜੀ। ਹੁਣ ਜਿਹੜੇ ਲੇਖਕ ਹੈ, ਮੈਂ ਤਾਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਸਾਰੀਆਂ ਆਪਸੀ ਫੋਟੋਆਂ ਭੁਲਾ ਕੇ ਨਾ ਪੰਜਾਬ ਨੂੰ ਸਮਰਪਣ ਹੋਵੋ, ਪੰਜਾਬ ਨੂੰ ਬਚਾਓ। ਜੇ ਪੰਜਾਬ ਹੀ ਨਾ ਰਹੂਗਾ, ਪੰਜਾਬੀ ਕਿੱਥੋਂ ਲੱਭੋਗੇ ਤੇ ਕਿਹਦੇ ਵਾਸਤੇ ਤੁਸੀਂ ਲਿਖੋਗੇ? ਬਿਲਕੁਲ। ਜਿਹੜੀ ਵੱਡਾ ਦੁਖਾਂਤ ਮੈਨੂੰ ਜਿਸ ਕਰਕੇ ਮੈਨੂੰ ਡਰਦਾ ਆ ਕਿ ਸਰਕਾਰੀ ਅੰਕੜੇ ਜਾਂ ਜਿਹੜੇ ਗੈਰ ਸਰਕਾਰੀ ਅੰਕੜੇ ਆ, ਉਹਨਾਂ ਬਾਰੇ ਜਿਹੜੀ ਗੱਲ ਗਿਣਤੀ ਆਉਂਦੀ ਆ ਉਹ ਗੱਲ ਵੱਖਰੀ ਹੈ। ਕਈਆਂ ਲੋਕਾਂ ਬਾਰੇ ਮੈਨੂੰ ਇੱਥੋਂ ਤੱਕ ਪਤਾ ਲੱਗਿਆ ਵੀ ਉਹਨਾਂ ਕੋਲੇ ਜਾਂਚ ਕਰਵਾਉਣ ਵਾਸਤੇ ਪੈਸਾ ਦਾ ਕੀ ਹੋਣਾ, ਇਹ ਜੀ ਵੀ ਆਪਣੀ ਉੱਥੇ ਸੰਗਤ ਬੈਠੀ ਆ ਜਾਂ ਆਪਣੇ ਲੋਕ ਬੈਠੇ ਆ ਪੰਜਾਬ ਦੇ, ਜਿਨ੍ਹਾਂ ਵਿਚਾਰਿਆਂ ਕੋਲੇ ਬੱਸ ਦਾ ਕਿਰਾਇਆ ਨਹੀਂ ਉੱਥੋਂ ਤੱਕ ਪਹੁੰਚਣ ਵਾਸਤੇ ਜਾਣ ਲਈ। ਮੇਰਾ ਸਭ ਤੋਂ ਵੱਡਾ ਮਕਸਦ ਇਹੀ ਹੈ। ਚਾਵਲਾ ਸਾਹਿਬ ਨਾਲ ਮੈਂ ਇਹੀ ਮੀਟਿੰਗਾਂ ਕੀਤੀਆਂ ਵੀ ਦੇਖੋ ਦੁਆਬੇ ਦੇ ਵਿੱਚ ਬਹੁਤ ਦੁਨੀਆ ਬਾਹਰ ਬੈਠੀ ਹੈ। ਦੁਆਬੇ ਤੋਂ ਸਾਡਾ ਅੱਧਾ ਕੁੱਸਾ ਪਿੰਡ ਕੈਨੇਡਾ ਦੇ ਵਿੱਚ ਬੈਠਾ ਹੈ, ਮਾਲਵਾ ਬਥੇਰਾ ਬਾਹਰ ਬੈਠਾ ਹੈ। ਜਿਹੜਾ ਪਰੇ ਬਾਰਡਰ ਸਾਈਡ ਹੈ, ਜਿਵੇਂ ਹੁਣ ਖੇਮ ਕਰਨ ਵਾਲੇ ਸਾਈਡ ਜਾਂ ਉਧਰ ਫਾਜ਼ਿਲਕਾ ਵਾਲੇ ਪਾਸੇ ਜਾ ਕੇ ਤੁਸੀਂ ਦੇਖੋ, ਸਾਰੇ ਮੈਂ ਉਹ ਪਤਾ ਕੀਤਾ, ਉਹ ਲੋਕ ਇਹੋ ਜਿਹੇ ਆ ਜਿੱਥੇ ਕੋਈ ਡਿਸਪੈਂਸਰੀ ਜਾਂ ਕੋਈ ਆਪਣੇ ਦਵਾਈਆਂ ਦੀ ਦੁਕਾਨ ਹੈ ਨਹੀਂ। ਜਿਹੜੇ ਬੰਦਿਆਂ ਕੋਲੇ ਜਾਂ ਜਿਹੜੇ ਲੋਕਾਂ ਕੋਲੇ ਬੱਸ ਦਾ ਕਿਰਾਇਆ ਨਹੀਂ, ਉਹ ਕਿਸੇ ਗਿਣਤੀ 'ਚ ਨਹੀਂ ਆਉਂਦੇ ਵੀ ਉਹਨਾਂ ਨੂੰ ਕੀ ਬਿਮਾਰੀ ਹੈ ਵੀ ਜਾਂ ਨਹੀਂ ਹੈ।
ਜੇ ਉਹਨਾਂ ਨੂੰ ਕਿਸੇ ਨੂੰ ਹੈ, ਉਹ ਕਿਸੇ ਗਿਣਤੀ 'ਚ ਉਹਨਾਂ ਨਹੀਂ। ਬਾਰੇ ਪਤਾ ਹੀ ਨਹੀਂ ਕਿਸੇ ਉਹਨਾਂ ਨੂੰ। ਬਾਰੇ ਪਤਾ ਹੀ ਕਿਸੇ ਨੇ ਨਾ ਸਰਕਾਰੀ ਅੰਕੜਿਆਂ ਨੂੰ ਨਾ ਗੈਰ ਸਰਕਾਰੀਆਂ ਨੂੰ। ਮੈਂ ਕਿਸੇ ਸਰਕਾਰ ਨੂੰ ਬਲੇਮ ਨਹੀਂ ਦੇਵਾਂਗਾ, ਮੈਂ ਕਿਸੇ ਹੋਰ ਨੂੰ ਬਲੇਮ ਨਹੀਂ ਦੇਵਾਂਗਾ। ਮੈਂ ਸਿਰਫ ਉਹਨਾਂ ਨੂੰ ਕਹੂੰਗਾ, ਬੇਨਤੀ ਕਰੂੰਗਾ ਜਿਹੜੇ ਸਮਰੱਥਾ ਰੱਖਦੇ ਆ, ਜਿਨ੍ਹਾਂ ਦੇ ਜੇਬ 'ਚ ਪੈਸਾ ਹੈ ਤੇ ਜਿਹੜੇ ਵਾਕਈ ਕਰ ਸਕਦੇ ਆ, ਮੈਂ ਉਹਨਾਂ ਨੂੰ ਕਹੂੰਗਾ ਵੀ ਜੇ ਸੱਚੀ ਸੇਵਾ ਕਰਨੀ ਹੈ ਨਾ ਤਾਂ ਉਹਨਾਂ ਲੋਕਾਂ ਦੀ ਤੁਸੀਂ ਜਾ ਕੇ ਬਾਹ ਫੜੋ ਜਿਨ੍ਹਾਂ ਕੋਲੇ ਬੱਸਾਂ ਦਾ ਕਿਰਾਇਆ ਨਹੀਂ, ਜਾਂਚ ਵਾਸਤੇ ਤਾਂ ਉਹਨਾਂ ਕੋਲੇ ਪੈਸੇ ਕੀ ਹੋਣੇ ਆ। ਕੈਂਪ ਲਾਉਣ ਵਾਸਤੇ ਅਸੀਂ ਬੈਠੇ ਆ, ਸਾਡੀਆਂ ਟੀਮਾਂ ਸਾਡੀਆਂ ਬੱਸਾਂ ਤਿਆਰ ਖੜੀਆਂ। ਸਾਨੂੰ ਸਿਰਫ ਹੱਲਾਸ਼ੇਰੀ ਤੇ ਸਾਨੂੰ ਸਿਰਫ ਧੱਕਾ ਚਾਹੀਦਾ ਤੇ ਸਟਾਰਟ ਅਸੀਂ ਤਕਰੀਬਨ ਧੱਕੇ ਨਾਲ ਹੀ ਇੱਕ ਨਾਲ ਹੀ ਹੋ ਜਾਣਾ। ਤੇ ਮੈਂ ਇੱਕੋ ਗੱਲ, ਇਹੀ ਗੱਲ ਆਪਣੇ ਸਾਰੇ ਪੰਜਾਬੀਆਂ ਨੂੰ ਇਹੀ ਬੇਨਤੀ ਕਰੂੰਗਾ ਵੀ ਐਜ਼ ਏ ਰਾਈਟਰ ਸਮਝ ਲਓ, ਚਾਹੇ ਐਜ਼ ਏ ਡਾਇਰੈਕਟਰ ਸਮਝ ਲਓ, ਚਾਹੇ ਐਜ਼ ਏ ਚੌਂਕੀਦਾਰ ਸਮਝ ਲਓ, ਮੈਨੂੰ ਨਹੀਂ ਪਤਾ ਇਸ ਨੂੰ ਤੁਸੀਂ ਕਿਹੜੇ ਪਾਸੇ ਲਾਓਗੇ। ਮੈਂ ਸਾਰੇ ਲੇਖਕ ਭਾਈਚਾਰੇ ਨੂੰ ਬੇਨਤੀ ਕਰੂੰਗਾ ਬਈ ਸਾਰਾ ਕੁਝ ਭੁੱਲ ਕੇ ਜੇ ਤੁਸੀਂ ਵਾਕਈ ਪੰਜਾਬੀਅਤ ਦੀ ਸੇਵਾ ਕਰਨੀ ਹੈ ਤਾਂ ਪਹਿਲਾਂ ਪੰਜਾਬ ਦੀ ਸੇਵਾ ਕਰੋ। ਜੇ ਪੰਜਾਬ ਜਿਉਂਦਾ ਜਾਗਦਾ ਉੱਥੇ ਪੰਜਾਬੀ ਪੜ੍ਹੀ ਜਾਣੀ ਹੈ। ਬਿਲਕੁਲ। ਜੇ ਪੰਜਾਬ ਹੀ ਮਰ ਗਿਆ, ਉਹ ਤੁਸੀਂ ਕਿਹਦੇ ਵਾਸਤੇ ਲਿਖਣਾ ਤੇ ਕਿਹਨੇ ਪੜ੍ਹਨਾ। ਉਹ ਜਿਹੜਾ ਮੰਜੇ ਤੇ ਬੈਠ ਕੇ ਜਿਹਦੇ ਤੋਂ ਆਪਦੇ ਮੂੰਹ ਤੋਂ ਮੱਖੀ ਨਹੀਂ ਉੱਡਦੀ, ਉਹ ਤੁਹਾਡੀ ਕਿਤਾਬ ਫੜ ਕੇ ਕਿੱਥੋਂ ਪੜ੍ਹ ਲੂਗਾ। ਬਿਲਕੁਲ ਸਹੀ। ਦੂਜੀ ਗੱਲ, ਜਿਹੜੇ ਸਮਰੱਥਾ ਰੱਖਣ ਵਾਲੇ ਆ, ਦੇਖੋ ਮੈਂ ਇਹੀ ਗੱਲ ਕਹੂੰ, ਰੱਬ ਨੇ ਤੁਹਾਨੂੰ ਕੀ ਕੁਛ ਦਿੱਤਾ। ਜੇ ਦਸਵੰਧ ਦੀ ਗੱਲ ਮੈਂ ਨਹੀਂ ਕਰਦਾ, ਮੈਂ ਤਾਂ ਸਿਰਫ ਇਹ ਗੱਲ ਕਰਦਾ ਵੀ ਹੋਰ ਕੁਛ ਨਾ ਕਰੋ। ਹਰ ਪਿੰਡ ਦੇ ਵਿੱਚੋਂ 5 ਬੰਦੇ ਘੱਟੋ ਘੱਟ ਬਾਹਰ ਹੈ, ਤੇ ਜੇ 5 ਬੰਦੇ ਉੱਠ ਕੇ ਸਾਨੂੰ ਇੱਕ ਕੈਂਪ ਆਪਦੇ ਪਿੰਡ ਵਾਸਤੇ ਦੇ ਦੇਣ ਨਾ, ਤੇ ਮੈਂ ਇੱਕੋ ਗੱਲ ਕਹਿਣਾ ਵੀ ਜਿਹੜੇ 500 ਤੋਂ ਵੱਧ ਜਿਹੜੀ ਟ੍ਰੇਨ ਜਾ ਰਹੀ ਹੈ ਨਾ ਆਪਣੇ ਕੈਂਸਰ ਵਾਲੀ, ਉਹਦੇ ਵਿੱਚੋਂ ਜੇ ਤੁਸੀਂ ਸਹਿਯੋਗ ਦੇਵੋਗੇ, ਮੈਂ ਤੁਹਾਡੇ ਨਾਲ ਇੱਕ ਵਾਅਦਾ ਕਰਦਾ, ਸਾਲ ਦੇ ਵਿੱਚ ਤੁਸੀਂ ਉਹ ਟ੍ਰੇਨ ਘੱਟੋ ਘੱਟ ਜੇ ਉਹਨੂੰ ਬੰਦ ਨਹੀਂ ਨਾ ਕਰ ਸਕਦੇ ਤਾਂ ਉਹਦੇ ਵਿੱਚ ਅੱਧੇ ਮਰੀਜ਼ ਤੁਸੀਂ ਘਟਾ ਸਕਦੇ ਹੋ। ਬਿਲਕੁਲ। ਜੇ ਪਹਿਲੀ ਸਟੇਜ ਤੇ ਦੱਸੋਗੇ ਤੇ ਪਹਿਲੀ ਸਟੇਜ ਤੇ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਦਾ ਇਲਾਜ ਸੰਭਵ ਹੈ, ਪਿੱਛੋਂ ਤਾਂ ਸੇਵਾ ਉਹਨਾਂ ਦੀ ਕਰੋ ਚਾਹੇ ਨਾ ਕਰੋ, ਉਹ ਤਾਂ ਉਹਨਾਂ ਦੇ ਨਾਂ ਬਰਾਬਰ ਹੈ। ਸਾਡੇ ਪਾਸ ਚਾਵਲਾ ਸਾਹਿਬ ਮਿੰਟ ਡੇਢ ਰਹਿੰਦਾ, 1.5 ਮਿੰਟ ਦੇ ਵਿੱਚ ਮੈਸੇਜ ਜਿਹੜਾ ਸੀ ਉਹ ਜੱਗੀ ਸਾਹਿਬ ਨੇ ਅੱਜ ਦੇ ਸਾਰੇ ਪ੍ਰੋਗਰਾਮ ਦੇ ਵਿੱਚ ਮੈਸੇਜ ਹੀ ਦਿੱਤਾ, ਤੇ ਤੁਹਾਡਾ ਵੀ ਮੈਸੇਜ ਜਿਹੜਾ ਹੈ ਪਿਛਲੇ 11-12 ਸਾਲ ਤੋਂ ਇਸ ਸੰਗਤਾਂ ਦੇ ਵਿੱਚ ਜਾ ਰਿਹਾ। ਅਖੀਰ ਦੇ ਵਿੱਚ ਮੈਂ ਤੁਹਾਡੇ ਵੱਲੋਂ ਮੈਂ ਵੀ ਇਹ ਬੇਨਤੀ ਕਰਨਾ ਚਾਹੁੰਦਾ, ਸਾਰੇ ਜਿੰਨੇ ਸਾਡੇ ਭਾਈਚਾਰੇ ਦੇ ਲੋਕ ਬਾਹਰਲੇ ਮੁਲਕਾਂ ਵਿੱਚ ਬੈਠੇ ਆ, ਕਿਉਂਕਿ ਆ ਸਾਡਾ ਟੈਲੀਵਿਜ਼ਨ ਜਿਹੜਾ ਬਹੁਤ ਹੀ ਦੁਨੀਆ ਦੇ ਕੰਟਰੀਆਂ ਦੇ ਵਿੱਚ ਦੇਖਿਆ ਜਾ ਰਿਹਾ, ਤੇ ਹੱਥ ਜੋੜ ਕੇ ਬੇਨਤੀ ਆ, ਮੈਂ ਉਹੀ ਰਿਪੀਟ ਕਰਨੀ ਹੈ ਗੱਲ ਜੱਗੀ ਕੁੱਸਾ ਵਾਲੀ, ਕਿ ਜਿੱਥੇ ਜਿੱਥੇ ਆਪ ਬੈਠੇ ਹੋ, ਮੈਂ ਤਾਂ ਇਹ ਗੱਲ ਵੀ ਕਹਾਂਗਾ ਕਿ ਆਪਣੇ ਪਿੰਡ ਦੇ ਵਿੱਚ ਵੀ ਇਹ ਕੈਂਪ ਲਵਾਓ, ਤੇ ਉਹ ਲੋਕ ਜਿਹੜੇ ਇਤਨੇ ਗਰੀਬ ਹੈ, ਜਿਸ ਇਲਾਕੇ ਦੀ ਮਿਸਾਲ ਦਿੱਤੀ ਹੈ ਜੱਗੀ ਜੀ ਨੇ, ਫਾਜ਼ਿਲਕਾ ਦਾ ਜਿਹੜਾ ਬਾਰਡਰ ਦੇ ਨਾਲ ਏਰੀਆ, ਇੰਨੀ ਗਰੀਬੀ ਹੈ ਕਿ ਜਿੱਥੇ ਡਾਕਟਰੀ ਦੀ ਦੁਕਾਨ ਵੀ ਕੋਈ ਹੈ ਨਹੀਂ ਗੀ, ਉੱਥੇ ਦੇ ਵਾਸਤੇ ਵੀ ਤੁਸੀਂ ਆਪਣੀ ਮਾਇਆ ਜਿਹੜੀ ਸਫਲੀ ਕਰੋ ਨਾ, ਗਰੀਬਾਂ ਦਾ ਭਲਾ ਕਰੋ। ਕਿਉਂਕਿ ਸਾਡੀਆਂ ਰਵਾਇਤਾਂ ਨੇ, ਭਾਈ ਕਨਈਆ ਜੀ ਕੱਲਾ ਸਿੱਖਾਂ ਨੂੰ ਪਾਣੀ ਨਹੀਂ ਸੀ ਪਿਆਉਂਦੇ ਮੈਦਾਨੀ ਜੰਗ ਵਿੱਚ, ਉਹ ਜਿਹੜੇ ਮੁਗਲ ਸਿਪਾਹੀ ਫੱਟੜ ਹੁੰਦੇ ਸੀ ਉਹਨਾਂ ਨੂੰ ਵੀ ਪਿਆਉਂਦੇ ਸੀ। ਸੋ ਇਹ ਅੱਜ ਦਾ ਸੁਨੇਹਾ ਆਪ ਜੀ ਸਾਡਾ ਪ੍ਰਵਾਨ ਕਰਨਾ। ਇਹਨਾਂ ਨਾਲ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਪ੍ਰੋਗਰਾਮ ਜਿਹੜੇ ਅਸੀਂ ਕਰਦੇ ਰਵਾਂਗੇ, ਆਪਣੇ ਪ੍ਰੋਗਰਾਮ ਸਾਨੂੰ ਆ ਕੇ ਦੱਸਦੇ ਰਹਿਣਗੇ। ਤੇ ਵੀਰ ਕੁੱਸਾ ਜੀ ਨੂੰ ਇੱਕ ਵਾਰੀ ਫੇਰ ਅਸੀਂ ਇਸ ਗੱਲ ਦੀ ਵਧਾਈ ਵੀ ਦਿੰਦੇ ਹਾਂ। ਇਸ ਵਧਾਈ ਦੇ ਨਾਲ ਨਾਲ ਇਹਨਾਂ ਵੀਰ ਦੇ ਮੋਢੇ ਤੇ ਸਗੋਂ ਹੋਰ ਵੀ ਜ਼ਿੰਮੇਵਾਰੀਆਂ ਨੇ। ਸੋ ਅੱਜ ਦੇ ਪ੍ਰੋਗਰਾਮ ਵਿੱਚ ਆਉਣ ਜੀ ਦਾ, ਆਪ ਜੀ ਦਾ ਆਉਣ ਬਹੁਤ ਬਹੁਤ ਆਪ ਜੀ ਦਾ ਧੰਨਵਾਦ ਹੈ ਕਿ ਆਪ ਜੀ ਨੇ ਆਪਣਾ ਸੁਨੇਹਾ ਸਾਰੀਆਂ ਸੰਗਤ ਤੱਕ ਪਹੁੰਚਾਇਆ। ਆਓ ਅਖੀਰ ਦੇ ਵਿੱਚ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।